ਭਉ ਨਿਰਵੈਰ। ਅਕਾਲ ਮੂਰਤ ਆਜੁਨੀ ਸੈਭੰ ਗੁਰ ਪ੍ਰਸਾਦ। ਹਮ ਅਵਗਨ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਹੀ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੀ ਹੋਈ ਸਤ ਸੰਗਤ, ਗੁਰੂ ਦੀ ਬਖਸ਼ੇ ਫਤਿਹ ਨਾਲ ਸਾਂਝ ਪਾਓ ਅਤੇ ਆਪਣੀ ਰਸਨਾ ਪਵਿੱਤਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਵਡਭਾਗੀ ਹੋ। ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਅਮੁੱਲ ਘੜੀਆਂ ਸਫਲੀਆਂ ਕਰ ਰਹੇ ਹੋ। ਆਓ ਕੋਈ ਸਮਾਂ ਸ਼ਬਦ ਵਿਚਾਰ ਨਾਲ ਜੁੜੀਏ। ਅੱਜ ਸੰਗਰਾਂਦ ਦਾ ਦਿਨ ਹੈ। ਅੱਜ ਭਾਦੋ ਦੇ ਮਹੀਨੇ ਦਾ ਪਹਿਲਾ ਦਿਨ। ਸਾਵਣ ਦਾ ਮਹੀਨਾ ਬਤੀਤ ਹੋਇਆ, ਭਾਦਰੋਂ ਦੇ ਮਹੀਨੇ ਦੇ ਵਿੱਚ ਆਰੰਭਤਾ ਹੋਈ। ਸਾਂਕਰਾਤ ਤੋਂ ਭਾਵ ਹੈ ਸੂਰਜ ਇੱਕ ਰਾਸ ਤੋਂ ਦੂਜੀ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਹੈ। ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ। ਇਸ ਤਰ੍ਹਾਂ ਇਹ ਰਾਸਾਂ ਬਣੀਆਂ ਨੇ, ਮਹੀਨੇ ਬਣੇ ਨੇ। ਮਾਝ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਭਾਦੋ ਦੇ ਮਹੀਨੇ ਦੇ ਵਿੱਚ ਜੋ ਸੰਦੇਸ਼ ਉਪਦੇਸ਼ ਇਸ ਸੰਸਾਰ ਨੂੰ ਕਰਦੇ ਨੇ, ਆਓ ਉਸ ਸ਼ਬਦ ਨਾਲ ਜੁੜੀਏ। ਭਾਦੋਏ ਭਰਮ ਭੁਲਾਣੀਐ, ਦੂਜਾ ਲੱਗਿਆ ਹੇਤ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਜਿਤ ਦਿਨ ਦੇ ਬਿਨਸੀ, ਤਿਤ ਵੇਲੇ ਕੈਸਨ ਪ੍ਰੇਤ। ਪਕੜ ਚਲਾਇਣ ਦੂਤ ਜਮ, ਕਿਸੈ ਨ ਦੇਨੀ ਭੇਦ। ਛੱਡ ਖੜੋਤੇ ਖਿਨੈ ਮਾਏ, ਜਿਨਸਿਓ ਲੱਗਾ ਹੇਤ। ਹੱਥ ਮਰੋੜੈ ਤਨ ਕਪੈ, ਸਿਆਹ ਹੋਆ ਸੇਤ। ਜਿਆ ਬੀਜੈ ਸੋ ਲੂਣੈ, ਕਰਮਾ ਸੰਦੜਾ ਖੇਤ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਇਤ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈਐ, ਗੁਰ ਰੱਖਣ ਵਾਲਾ ਹੇਤ। ਸੇ ਭਾਦੋਏ ਨਰਕ ਨ ਪਾਈਐ, ਗੁਰ ਰੱਖਣ ਵਾਲਾ ਹੇਤ। ਇਹ ਪਵਿੱਤਰ ਸ਼ਬਦ ਇਸ ਮਹੀਨੇ ਦੇ ਸੰਬੰਧ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 134 ਤੇ ਸੁਭਾਇਮਾਨ ਨੇ। ਇਸ ਸ਼ਬਦ ਰਾਹੀਂ ਜੋ ਸੰਦੇਸ਼ ਉਪਦੇਸ਼ ਗੁਰੂ ਅਰਜਨ ਦੇਵ ਪਾਤਸ਼ਾਹ ਇਸ ਸੰਸਾਰ ਨੂੰ ਕਰਦੇ ਨੇ, ਭਾ ਧੋਏ ਭਰਮ ਭੁਲਾਣੀਐ, ਦੂਜਾ ਲੱਗੈ ਹੇਤ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਭਾਦੋਏ ਤੋਂ ਭਾਵ ਹੈ ਦੂਸਰੇ ਨਾਲ ਪਿਆਰ, ਭਰਮ ਪੈ ਜਾਣਾ। ਭਾ ਪਿਆਰ ਦੋਏ ਦੂਜੇ ਨਾਲ। ਇੱਕ ਪਰਮਾਤਮਾ ਨੂੰ ਵਿਸਾਰ ਦੇਣਾ ਤੇ ਸੰਸਾਰ ਦੇ ਨਾਲ ਪਿਆਰ ਪਾ ਦੇਣਾ, ਭਰਮ। ਫਿਰ ਕੁਝ ਵਿਦਵਾਨ ਇਸ ਤਰ੍ਹਾਂ ਇਸ ਦੀ ਵਿਆਖਿਆ ਕਰਦੇ ਨੇ ਕਿ ਇੱਕੋ ਹੀ ਮਹੀਨੇ ਦੇ ਵਿੱਚ ਦੋ ਮੌਸਮ, ਛਿਣ ਦੇ ਵਿੱਚ ਬਾਰਿਸ਼ ਦੀ ਬੁਛਾਰ ਆ ਜਾਣੀ, ਛਿਣ ਦੇ ਵਿੱਚ ਗੁੰਮ ਪੈ ਜਾਣਾ, ਛਿਣ ਦੇ ਵਿੱਚ ਤੱਤੀ ਧੁੱਪ, ਕੜਕਦੀ ਧੁੱਪ, ਤੇ ਛਿਣ ਦੇ ਵਿੱਚ ਠੰਡੀਆਂ ਹਵਾਵਾਂ ਚੱਲ ਪਈਆਂ ਨਾ। ਭਾਵ ਕਿ ਇਸ ਮਹੀਨੇ ਦੇ ਵਿੱਚ ਦੋ ਮੌਸਮ ਨੇ। ਪਤਾ ਨਹੀਂ ਲੱਗਦਾ ਕਿਹੜੇ ਵੇਲੇ ਬਾਰਿਸ਼ ਆ ਜਾਵੇ, ਕਿਹੜੇ ਵੇਲੇ ਧੁੱਪ ਚੜ ਜਾਵੇ, ਕਿਹੜੇ ਵੇਲੇ ਗੁੰਮ ਪੈ ਜਾਵੇ, ਕਿਹੜੇ ਵੇਲੇ ਠੰਡੀਆਂ ਹਵਾਵਾਂ ਚੱਲ ਪਵਨ। ਇਹ ਦੋ ਭਾਅ ਦੇ ਵਿੱਚ ਇਸ ਮਹੀਨੇ 'ਚ ਜੀਵ ਰੂਪੀ ਇਸਤਰੀ ਮੁਤਾਸਰ ਹੁੰਦੀ ਹੈ।
ਤੇ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਭਾ ਦੋਏ ਭਰਮ ਭੁਲਾਨੀਆ। ਇਸ ਦੂਜੇ ਭਾਵ ਦੇ ਵਿੱਚ ਜੀਵ ਰੂਪੀ ਇਸਤਰੀ ਭਰਮ ਦੇ ਵਿੱਚ ਪੈ ਗਈ। ਦੂਜਾ ਲੱਗਾ ਹੇਤ ਇੱਕ ਪਰਮਾਤਮਾ ਨੂੰ ਤਿਆਗ ਕੇ ਸੰਸਾਰ ਨਾਲ ਮੋਹ ਪਾ ਬੈਠੀ। ਸੱਚ ਨੂੰ ਛੱਡ ਕੇ ਝੂਠੇ ਸੰਸਾਰ ਨਾਲ ਮੋਹ ਪਾ ਬੈਠੀ। ਸੱਚ ਨੂੰ ਛੱਡ ਦਿੱਤਾ, ਕੱਚ ਨੂੰ ਅਪਣਾ ਲਿਆ। ਭਗਤ ਰਵਿਦਾਸ ਜੀ ਆਪਣੇ ਇੱਕ ਸ਼ਬਦ ਵਿੱਚ ਦੁਬਿਧਾ ਦੀ ਗੱਲ ਬੜੀ ਗਹਿਰੀ ਕਰਦੇ ਨੇ। ਰਾਗ ਸੋਰਠ ਦੇ ਅੰਦਰ ਭਗਤ ਜੀ ਕਹਿੰਦੇ ਨੇ, ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਐ ਮਾਧਵੇ ਹੈ ਪਰਿਪੂਰਨ ਪਰਮਾਤਮਾ, ਐਸਾ ਭਰਮ ਸੰਸਾਰ ਵਿੱਚ ਪੈ ਗਿਆ, ਜਿਹੋ ਜਿਹਾ ਅਸੀਂ ਸਮਝਦੇ ਹਾਂ ਉਹੋ ਜਿਹਾ ਨਹੀਂ ਹੈ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਸੰਸਾਰ ਵਿੱਚ ਇਹੋ ਜਿਹਾ ਭਰਮ, ਜੈਸਾ ਮਾਨੀਐ ਹੋਏ ਨਾ ਤੈਸਾ। ਜੈਸਾ ਅਸੀਂ ਸਮਝਦੇ ਹਾਂ ਤੈਸਾ ਸੰਸਾਰ ਨਹੀਂ ਹੈ। ਅਸੀਂ ਸੰਸਾਰ ਨੂੰ ਦੇਖਦੇ ਹਾਂ ਬਾਹਰੋਂ, ਪਰ ਉਹ ਨਿਰੰਕਾਰ ਤਾਂ ਸਾਡੇ ਹਿਰਦੇ ਵਿੱਚ ਬੈਠੇ ਹੈ। ਉਸ ਨੂੰ ਦੇਖਣ ਲਈ ਅੰਦਰ ਜਾਣਾ ਪਵੇਗਾ, ਮਨ ਦੀ ਪੜਚੋਲ ਕਰਨੀ ਪਵੇਗੀ। ਹਿਰਦੇ ਵਿੱਚ ਬੈਠੇ ਰੱਬ ਨੂੰ ਪਾਣ ਲਈ ਅੰਤਰਮੁਖੀ ਹੋਣਾ ਪਵੇਗਾ, ਤਾਂ ਹੀ ਬਾਹਰਮੁਖੀ ਸੰਸਾਰ ਵਿੱਚੋਂ ਪਰਮਾਤਮਾ ਦਿਖੇਗਾ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨਿਆ ਹੋਏ ਨਾ ਤੈਸਾ। ਜੈਸਾ ਤੈਨੂੰ ਸਮਝਦੇ ਐਸਾ ਹੈ ਨਹੀਂ। ਤਾਂ ਪਹਿਲੇ ਬੰਦ ਅੰਦਰ ਭਗਤ ਰਵਿਦਾਸ ਜੀ ਲਿਖਦੇ ਨੇ, ਜਬ ਹਮ ਹੋਤੇ ਤਬ ਤੂੰ ਨਹੀਂ। ਜਦੋਂ ਮੇਰੇ ਅੰਦਰ ਹਉਮੈ ਸੀ, ਦੁਬਿਧਾ ਸੀ, ਉਦੋਂ ਤੂੰ ਨਹੀਂ ਬਸਿਆ ਮੇਰੇ ਹਿਰਦੇ ਦੇ ਵਿੱਚ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਜਦੋਂ ਤੂੰ ਪ੍ਰਗਟ ਹੋਇਆ ਤੇ ਮੈਂ ਭੱਜ ਗਈ, ਹਉਮੈ ਚਲੀ ਗਈ। ਅਨਲ ਅਗਮ ਲਹਿਰ में जैसे उदित जल केवल जल माही। अनल अगम लहर में जैसे उदित जल केवल जल माही। ਜਿਸ ਤਰ੍ਹਾਂ ਤੇਜ਼ ਹਵਾਵਾਂ ਚਲਦੀਆਂ ਨੇ, ਸਮੁੰਦਰ ਦੀਆਂ ਲਹਿਰਾਂ ਉਛਲਦੀਆਂ ਨੇ, ਵਾਸਤਵ ਵਿੱਚ ਉਹ ਲਹਿਰਾਂ ਤੇ ਸਮੁੰਦਰ ਇੱਕ ਹੀ ਸੀ, ਉਸੇ ਦਾ ਰੂਪ ਸਨ। ਜਲ ਕੇਵਲ ਜਲ ਮਾਈ, ਉਹ ਜਲ ਵੀ ਉਸ ਸਾਗਰ ਦਾ ਸੀ, ਲੇਕਿਨ ਹਵਾਵਾਂ ਦੀ ਕਰਕੇ ਉਛਲਿਆ। ਤੂੰ ਲਹਿਰਾਂ ਨੂੰ ਅਲੱਗ ਮੰਨੀ ਬੈਠਿਆ ਤੇ ਸਾਗਰ ਨੂੰ ਅਲੱਗ ਮੰਨੀ ਬੈਠਿਆ। ਇਸੇ ਤਰ੍ਹਾਂ ਨਿਰੰਕਾਰ ਸਾਰੀ ਕਾਇਨਾਤ ਦੇ ਵਿੱਚ ਮੌਜੂਦ ਹੈ, ਤੂੰ ਉਸ ਨੂੰ ਅਲੱਗ ਮੰਨੀ ਬੈਠਿਆ ਤੇ ਮਨੁੱਖ ਨੂੰ ਅਲੱਗ ਮੰਨੀ ਬੈਠਿਆ। ਇਹ ਤੇਰਾ ਭਰਮ ਹੈ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਜਦੋਂ ਤੂੰ ਪ੍ਰਗਟ ਹੋਇਆ ਤੇ ਮੇਰੀ ਦੁਬਿਧਾ ਭੱਜ ਗਈ। ਅਨਲ ਅਗਮ ਜੈਸੇ ਲਹਿਰ ਮੇ ਉਦਤ, ਜਿਸ ਤਰ੍ਹਾਂ ਸਾਗਰ ਵਿੱਚ ਲਹਿਰਾਂ ਨੇ, ਉਹ ਸਾਗਰ ਦਾ ਰੂਪ ਹੀ ਨੇ। ਜਲ ਕੇਵਲ ਜਲ ਮਾਹੀ, ਉਹ ਜਲ ਹੀ ਲਹਿਰਾਂ ਸੀ, ਉਹ ਜਲ ਹੀ ਸਾਗਰ ਸੀ। ਉਹ ਸਾਗਰ ਤੇ ਲਹਿਰਾਂ ਇੱਕ ਨੇ। ਇਹ ਭਰਮ ਜਦੋਂ ਦੂਰ ਕਰੇਗਾ, ਪਰਮਾਤਮਾ ਉਹ ਸੰਸਾਰ ਦੇ ਵਿੱਚ ਵਿਆਪਕ ਹੈ, ਪੂਰਿਆ ਹੋਇਆ ਹੈ। ਜਦੋਂ ਤੈਨੂੰ ਇਹ ਗੱਲ ਸਮਝ ਆ ਜਾਏਗੀ, ਇਹ ਦੁਬਿਧਾ ਦੂਰ ਹੋ ਜਾਏਗੀ, ਤੂੰ ਪਰਮਾਤਮਾ ਦੇ ਨੇੜੇ ਹੋ ਜਾਏਗਾ। ਦੂਸਰੀ ਉਦਾਹਰਨ ਦਿੰਦੇ ਨੇ ਭਗਤ ਰਵਿਦਾਸ ਜੀ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਵਿਚਰਤ ਦੁਖ ਪਾਇਆ, ਸੋ ਗਤ ਪਈ ਹਮਾਰੀ। ਇੱਕ ਸਿੰਘਾਸਨ ਤੇ ਬੈਠਾ ਹੋਇਆ ਛਤਰਪਤੀ ਰਾਜਾ, ਸਿੰਘਾਸਨ ਤੇ ਬੈਠਿਆਂ ਬੈਠਿਆਂ ਠੰਡੀਆਂ ਹਵਾਵਾਂ ਸਨ, ਨੀਂਦ ਆਈ ਤੇ ਸੋ ਗਿਆ। ਸੁੱਤਿਆ ਹੋਇਆ ਸੁਪਨਾ ਕੀ ਆਇਆ ਕਿ ਭਿਖਾਰੀ ਬਣ ਗਿਆ, ਦਰ ਦਰ ਤੇ ਭਿਖਿਆ ਮੰਗਦਾ ਫਿਰਦਾ ਹੈ। ਕੁਝ ਸਮੇਂ ਲਈ ਉਹ ਭਿਖਾਰੀ ਬਣਿਆ। ਜਾਗ ਖੁੱਲੀ, ਦੇਖਿਆ ਮੈਂ ਸਿੰਘਾਸਨ ਤੇ ਹਾਂ, ਮੈਂ ਰਾਜਾ ਹਾਂ। ਪਰ ਕੁਝ ਸਮੇਂ ਲਈ ਉਸ ਪਰਮਾਤਮਾ ਨੇ ਇਸ ਕਲਾ ਵਰਤਾਈ, ਉਸ ਨੂੰ ਭਿਖਾਰੀ ਵੀ ਬਣਾ ਦਿੱਤਾ। ਤੇ ਪਾਤਸ਼ਾਹ ਕਹਿੰਦੇ ਨੇ ਉਸ ਦਾ ਭਰਮ ਸੀ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਵਾਸਤਵ ਵਿੱਚ ਉਹ ਸੁਪਨਾ ਸੀ, ਹੈ ਤੇ ਉਹ ਰਾਜਾ ਹੀ ਸੀ, ਪਰ ਉਹ ਇੱਕ ਸੁਪਨਾ ਸੀ।
ਇਸੇ ਤਰ੍ਹਾਂ ਪਰਮਾਤਮਾ ਸਰਵ ਵਿਆਪਕ ਹੈ, ਪਰ ਅਸੀਂ ਦੋ ਚਿੱਤੇ, ਅਸੀਂ ਉਸ ਨੂੰ ਮੰਨਦੇ ਨਹੀਂ। ਗੁਰੂ ਕੋਲ ਮੱਥਾ ਟੇਕਦੇ ਹਾਂ, ਪਰ ਗੁਰੂ ਨੂੰ ਗੁਰੂ ਕਰਕੇ ਨਹੀਂ ਮੰਨਦੇ। ਗੁਰੂ ਨੂੰ ਗੁਰੂ ਕਰਕੇ ਮੰਨਦੇ ਹਾਂ, ਪਰ ਗੁਰੂ ਦੀ ਨਹੀਂ ਮੰਨਦੇ। ਤੇ ਪਾਤਸ਼ਾਹ ਕਹਿੰਦੇ ਨੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਵਿਚਰਤ ਦੁਖ ਪਾਇਆ, ਸੋ ਗਤ ਪਈ ਹਮਾਰੀ। ਹੁੰਦਿਆਂ ਹੋਇਆਂ ਰਾਜ ਉਸ ਤੋਂ ਵਿਛੜ ਕੇ ਸੁਪਨੇ ਵਿੱਚ ਦੁੱਖ ਮਾਣਦਾ ਭਿਖਾਰੀ ਬਣ ਜਾਂਦਾ ਹੈ, ਸੋ ਗਤ ਪਈ ਹਮਾਰੀ। ਉਹੀ ਸਾਡੀ ਹਾਲਤ ਹੈ। ਅਸੀਂ ਪਰਮਾਤਮਾ ਦੇ ਇਤਨੇ ਨੇੜੇ, ਪਰ ਉਸ ਨੂੰ ਦੂਰ ਸਮਝੀ ਬੈਠੇ ਹਾਂ। ਇਹ ਸਾਡੇ ਅੰਦਰ ਭਰਮ ਹੈ। राज भुयंग प्रसंग जैसे हैं, अब कछ मर्म जनाया, अनक कटक जैसे भूल भरे, अब कहते कहन ना आया। जिस तरह राज भुयंग एक रस्सी पई सी, उसनों सप प्रतीत हुई क्योंकि अंधेरा सी। राज भुयंग प्रसंग जैसे हैं, अब कछ मर्म जनाया। पर जदों उजाला होया देखिया ये ते सप नहीं सी, ये ते मेरा भरम सी, ये ते रस्सी सी। इसे तरह सोने का एक टुकड़ा है ते बहुत सारे गहने बने ने। असी सोने नू ते गहने नू अलग मन्नी बैठे हां। वास्तव विच ओ सोना जिहड़े गहने ने ओ सोने का ही रूप ने। इसे तरह परिपूर्ण परमात्मा एक है, सर्व व्यापक है, असी सारे उसे दी अंश हां। ਇਹ ਉਦਾਹਰਣ ਦੇ ਕੇ ਭਗਤ ਰਵਿਦਾਸ ਜੀ ਸਮਝਾਉਂਦੇ ਨੇ, ਐ ਮਨੁੱਖਾ, ਜਿਸ ਤਰ੍ਹਾਂ ਤੈਨੂੰ ਭੁਲੇਖਾ ਸੀ, ਰੱਸੀ ਸੀ, ਉਹ ਸੱਪ ਪ੍ਰਤੀਤ ਹੋਇਆ। ਜਦੋਂ ਤੇਰੇ ਅੰਦਰ ਪ੍ਰਕਾਸ਼ ਹੋਇਆ, ਤੈਨੂੰ ਉਹ ਰੱਸੀ ਜੋ ਸੱਪ ਦਿਖਦੀ ਸੀ, ਹੁਣ ਰੱਸੀ ਪ੍ਰਤੀਤ ਹੋਣ ਲੱਗੀ। ਜਦੋਂ ਮਨੁੱਖ ਗਿਆਨ ਰੂਪੀ ਗੁਰੂ ਨਾਲ ਜੁੜਦਾ ਹੈ, ਇਹ ਭਰਮ ਗੁਰੂ ਦੂਰ ਕਰਦਾ ਹੈ, ਮਨ ਦੇ ਵਿੱਚ ਪ੍ਰਕਾਸ਼ ਕਰਦਾ ਹੈ। ਫਿਰ ਉਹ ਸੱਪ ਨਹੀਂ, ਉਹ ਰੱਸੀ ਹੈ, ਸੱਪ ਹੈ, ਇਹ ਮਨੁੱਖ ਨੂੰ ਗੁਰੂ ਦੱਸ ਦਿੰਦਾ। ਇਸੇ ਤਰ੍ਹਾਂ ਜਿਸ ਤਰ੍ਹਾਂ ਦੂਸਰੀ ਉਦਾਹਰਣ ਪਾਤਸ਼ਾਹ ਭਗਤ ਰਵਿਦਾਸ ਜੀ ਨੇ ਦਿੱਤੀ ਕਿ ਗਹਿਣੇ ਨੇ ਉਹ ਸੋਨੇ ਦਾ ਹੀ ਰੂਪ ਨੇ, ਪਰ ਜਦੋਂ ਗਹਿਣੇ ਬਣ ਗਏ, ਅਲੱਗ-ਅਲੱਗ ਹੋ ਗਏ, ਜਦੋਂ ਉਹ ਭਾਵ ਉਹ ਇੱਕ ਸੋਨੇ ਦਾ ਹੀ ਰੂਪ ਸਨ। ਸਰਬੇ ਏਕ ਅਨੇਕੈ ਸੁਆਮੀ, ਸਭ ਕਟ ਭੋਗਵੈ ਸੋਈ, ਕਹਿ ਰਵਿਦਾਸ ਹਾਥ ਪੇ ਨਹਿਰੇ, ਸਹਿਜੇ ਹੋਏ ਸੋਈ। ਫਿਰ ਅੰਤਲੇ ਬੰਦ ਅੰਦਰ ਰਵਿਦਾਸ ਜੀ ਇਸ ਨੂੰ ਸਪਸ਼ਟ ਕਰਦੇ ਨੇ, ਸਰਬੇ ਏਕ ਅਨੇਕੈ ਸੁਆਮੀ, ਸਭ ਕਟ ਭੋਗਵੈ ਸੋਈ। ਉਹ ਪਰਿਪੂਰਨ ਪਰਮਾਤਮਾ ਹੈ, ਇੱਕ ਹੈ, ਲੇਕਿਨ ਸਾਰਿਆਂ ਦੇ ਹਿਰਦਿਆਂ ਵਿੱਚ ਬੈਠਾ ਹੈ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ। ਸਾਰੇ ਹਿਰਦਿਆਂ ਵਿੱਚ ਪ੍ਰਤੱਖ ਰੂਪ ਤੇ ਵਿਆਪਕ ਹੈ, ਪਰ ਸਾਡੀ ਅੱਖ ਨਹੀਂ। ਸਾਨੂੰ ਇਨ੍ਹਾਂ ਅੱਖਾਂ ਕੇ ਗਿਆਨ ਰੂਪੀ ਚਾਨਣ ਨਹੀਂ ਹੋਇਆ। ਉਹ ਹਨੇਰਾ ਹੈ, ਉਹ ਭਰਮ ਹੈ, ਜਿਸ ਕਰਕੇ ਅਸੀਂ ਉਸ ਦੇ ਨਾਲ ਮਿਲਾਪ ਨਹੀਂ ਕਰ ਸਕਦੇ। ਕਹਿ ਰਵਿਦਾਸ ਹਾਥ ਪੇ ਨੇਰੇ। ਰਵਿਦਾਸ ਜੀ ਕਹਿੰਦੇ ਨੇ, ਉਹ ਸਾਡੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਉਹ ਸਾਡੇ ਅੰਦਰ ਬੈਠਾ ਹੈ। ਸਰਬੇ ਏਕ ਅਨੇਕੈ ਸੁਆਮੀ, ਸਭ ਕਟ ਭੋਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋਈ। ਪਰ ਸਹਿਜੇ ਹੀ ਜਿਸ ਨੂੰ ਗੁਰੂ ਦੀ ਪ੍ਰਾਪਤੀ ਹੋਈ, ਗੁਰੂ ਨੇ ਭਰਮ ਕੱਢ ਦਿੱਤਾ, ਉਸ ਨੂੰ ਸਰਬ ਵਿਆਪਕ ਪਰਮਾਤਮਾ ਦਿਖ ਪਿਆ। ਹੈ ਤਾਂ ਇੱਕ ਹੈ, ਹਰ ਹਿਰਦੇ ਵਿੱਚ ਦਿਖ ਪੈਂਦਾ ਹੈ, ਆਪਣੇ ਇਧਰੋਂ ਅੰਦਰ ਪ੍ਰਗਟ ਹੋ ਜਾਂਦਾ ਹੈ। ਇਸ ਪਹਿਲੇ ਬੰਦ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਹੀ ਸਮਝੇ, ਭਾਦ ਹੋਏ ਭਰਮ ਭੁਲਾਨੀਆਂ। ਜੀਵ ਰੂਪੀ ਇਸਤਰੀ ਭਰਮ ਵਿੱਚ ਪੈ ਕੇ ਭੁੱਲ ਗਈ। ਭਾਦ ਹੋਏ ਭਰਮ ਭੁਲਾਨੀਆਂ, ਦੂਜਾ ਲੱਗਾ ਹੈ। ਇੱਕ ਪਰਮਾਤਮਾ ਨੂੰ ਛੱਡ ਕੇ ਉਸ ਸੰਸਾਰ ਨਾਲ ਪਿਆਰ ਪਾਈ ਬੈਠੀ ਹੈ। ਫਿਰ ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇ। ਇਸ ਜੀਵ ਰੂਪੀ ਇਸਤਰੀ ਨੇ ਲੱਖਾਂ ਹੀ ਸ਼ਿੰਗਾਰ ਕੀਤੇ ਨੇ ਪਰਮਾਤਮਾ ਨੂੰ ਪਾਉਣ ਲਈ। ਤਰ੍ਹਾਂ ਤਰ੍ਹਾਂ ਦੇ ਧਰਮ ਨੇ, ਤਰ੍ਹਾਂ ਤਰ੍ਹਾਂ ਦੇ ਵਿਖਾਵੇ ਨੇ, ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਨੇ। ਬਹੁਤ ਸਾਰਾ ਸ਼ਿੰਗਾਰ ਕਰਦਾ ਹੈ ਮਨੁੱਖ। ਤਰ੍ਹਾਂ ਤਰ੍ਹਾਂ ਦੇ ਭਗਵੇ ਬਸਤਰ ਪਹਿਨਦਾ ਹੈ, ਤਿਲਕ ਲਗਾਉਂਦਾ ਹੈ, ਬੜੇ ਭੇਖ ਕਰਦਾ ਹੈ, ਧੂਣੀਆਂ ਤਪਾਉਂਦਾ ਹੈ। ਇਹ ਸਾਰੇ ਸ਼ਿੰਗਾਰ ਕਰਦਾ ਹੈ, ਭਈ ਕਾਰਜ ਨਾਹੀ ਕੇ।
ਕਾਰਜ ਸਿਰੇ ਨਹੀਂ ਚੜਿਆ, ਕਿਉਂਕਿ ਮਨ ਦੇ ਵਿੱਚ ਭਰਮ ਹੈ ਕਿ ਤੂੰ ਕਿਤੇ ਹੋਰ ਹੈ ਤੇ ਅਸੀਂ ਕਿਤੇ ਹੋਰ ਹਾਂ। ਭਾਦੋਏ ਭਰਮ ਭੁਲਾਨੀਆਂ, ਦੂਜਾ ਲੱਗਾ ਹੈ ਲੱਖ ਸ਼ਿੰਗਾਰ ਬਣਾਇਆ। ਕਾਰਜ ਨਾਹੀ ਕੇਤ, ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ। ਕਹਿੰਦੇ ਨੇ ਜੀਵ ਰੂਪੀ ਅੰਸ਼ ਜਦੋਂ ਉਡਾਰੀ ਮਾਰ ਜਾਂਦੀ ਤੇ ਸਾਰੇ ਕਹਿੰਦੇ ਨੇ ਪ੍ਰੇਤ ਹੈ, ਅਪਵਿੱਤਰ ਦੇਹ ਹੈ, ਇਸ ਨੂੰ ਛੇਤੀ ਬਾਹਰ ਕੱਢੋ। ਜਿਸ ਦਿਨ ਦੇ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ। ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇ ਨਹੀਂ ਭੇਤ। ਉਹ ਜਮ ਪਕੜ ਕੇ ਅੱਗੇ ਲਾ ਲੈਂਦੇ ਨੇ ਤੇ ਕਿਸੇ ਨੂੰ ਕੋਈ ਪਤਾ ਨਹੀਂ ਕਿ ਇਸ ਵਿਅਕਤੀ ਨੂੰ ਕਿੱਥੇ ਲੈ ਗਏ ਨੇ। ਉਹ ਸਾਂਝ ਸੀ ਸਾੜੀ ਜੋ ਅੰਸ਼ ਪਰਿਪੂਰਨ ਪਰਮਾਤਮਾ ਤੋਂ ਵਿਛੜ ਕੇ ਆਈ ਸੀ। ਜਦ ਤੱਕ ਸਾਡੇ ਅੰਦਰ ਉਹ ਜੀਵ ਰੂਪੀ ਪੰਛੀ ਉਸ ਪਰਮਾਤਮਾ ਦੀ ਅੰਸ਼ ਸੀ ਤੇ ਇਹ ਸਰੀਰ ਇਸ ਸੰਸਾਰ ਵਿੱਚ ਇਸ ਦੀ ਕਦਰ ਸੀ। ਜਦੋਂ ਅੰਸ਼ ਚਲੀ ਗਈ, ਇਹ ਪੰਜ ਤੱਤੀ ਸਰੀਰ ਪੰਜ ਤੱਤਾਂ ਵਿੱਚ ਸਮਾ ਜਾਂਦਾ ਹੈ। ਇਹ ਮਿੱਟੀ ਦੀ ਢੇਰੀ ਹੈ। ਫਿਰ ਅਗਲੇ ਮਨ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਛੱਡ ਖੜੋਤੇ ਖਿਨੈ ਮਾਏ ਜਿਨ ਸਿਓ ਲੱਗਾ ਹੈ। ਜਦੋਂ ਜੀਵ ਰੂਪੀ ਪੰਛੀ ਨੇ ਉਡਾਰੀ ਮਾਰੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਛੱਡ ਖੜੋਤੇ ਖਿਨੈ ਮਾਏ ਜਿਨ ਸਿਓ ਲੱਗਾ ਹੈ। ਸਾਰੇ ਸਾਖ ਸੰਬੰਧੀ ਰਿਸ਼ਤੇਦਾਰ ਉਸੇ ਵੇਲੇ ਛੱਡ ਕੇ ਪਰਾਂ ਖੜੇ ਹੋ ਜਾਂਦੇ ਨੇ ਕਿ ਅਪਵਿੱਤਰ ਦੇਹੀ ਹੈ, ਇਹ ਪ੍ਰੇਤ ਹੈ, ਇਸ ਨੂੰ ਛੇਤੀ ਬਾਹਰ ਕੱਢੋ। ਭਾਵ ਜਿਨ੍ਹਾਂ ਨਾਲ ਸਾਰੀ ਉਮਰ ਸੰਬੰਧ ਸੀ, ਅੱਜ ਉਹ ਪਰਾਇਆ ਹੋ ਗਿਆ। ਛੱਡ ਖੜੋਤੇ ਖਿਨੈ ਮੈਂ ਜਿਨ ਸਿਓ ਲੱਗਾ, ਜਿਨ੍ਹਾਂ ਨਾਲ ਬੜਾ ਪਿਆਰ ਸੀ ਉਹ ਇੱਕਦਮ ਛੱਡ ਕੇ ਪਰੇ ਹੋ ਗਏ ਨੇ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਸੋਰਠ ਰਾਗ ਦੇ ਇੱਕ ਸ਼ਬਦ ਵੀ ਸਾਨੂੰ ਸਮਝਾਉਂਦੇ ਨੇ, ਐਸ ਮਨੁੱਖਾ ਤੇਰੇ ਅੰਦਰ ਵਹਿਮ ਹੈ, ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਐ ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਗਨ ਵਿੱਚ ਹਿਰਦੇ ਵਿੱਚ ਇਹ ਗੱਲ ਪੱਕੀ ਕਰ ਲੈ। ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸਾਰਾ ਸੰਸਾਰ ਆਪਣੇ ਸੁੱਖਾਂ ਲਈ ਜੁੜਿਆ ਹੈ ਇਸ ਪਰਿਵਾਰ ਦੇ ਨਾਲ, ਕੋਈ ਕਿਸੇ ਦਾ ਸਦਾ ਦਾ ਸਾਥੀ ਨਹੀਂ। ਅੰਤ ਸਮੇਂ ਤੇਰੀ ਜਿੰਦ ਨੂੰ ਇਕੱਲਿਆਂ ਜਾਣਾ ਪਵੇਗਾ। ਜਿਸ ਪਰਿਵਾਰ ਲਈ ਤੂੰ ਇਤਨੇ ਪਾਪ ਕਰਦਾ ਸੇ, ਧਨ ਜੋੜ ਕੇ ਲਿਆਂਦਾ ਸੇ, ਪਰ ਉਸ ਵਕਤ ਤੇਰੇ ਨਾਲ ਜਾਣਾ ਹੈ ਕੇਵਲ ਪ੍ਰਭੂ ਦਾ ਨਾਮ। ਇਹ ਸਾਰੇ ਪਰਿਵਾਰ ਨੇ ਛੱਡ ਕੇ ਪਾਸੇ ਖੜੇ ਹੋ ਜਾਣਾ। ਛੱਡ ਖੜੋਤੇ ਖਿਨੈ ਮਾਏ ਜਿਨ ਸਿਓ ਲੱਗਾ ਹੈ। ਫਿਰ ਨਾਲ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਸੁਖ ਮੇ ਆਨ ਬੋਤ ਮਿਲ ਬੈਠਤ, ਰਹਿਤ ਚੌਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਜਦੋਂ ਤੂੰ ਸੁਖੀ ਸੀ, ਸਾਰੇ ਤੈਨੂੰ ਘੇਰਾ ਪਾਈ ਰੱਖਦੇ ਸਨ, ਤੇਰੇ ਨਾਲ ਸੰਬੰਧੀ ਬਣੀ ਬੈਠੇ ਸਨ, ਤੇਰੇ ਹਮਦਰਦ ਬਣੀ ਬੈਠੇ ਸਨ। ਜਦੋਂ ਸੁਖ ਮੇ ਆਨ ਬੋਤ ਮਿਲ ਬੈਠਤ, ਰਹਿਤ ਚੌਦਿਸ ਘੇਰੈ, ਵਿਪਤ ਪਰੀ ਸਭੀ ਸੰਗ ਛਾੜਤ, ਕੋਹੁ ਨ ਆਵਤ ਨੇਰੈ। ਜਦੋਂ ਵਿਪਤਾ ਪਈ, ਕੱਲ ਤੇਰੇ ਕੋਲੋਂ ਧਨ ਚਲਾ ਗਿਆ, ਤੂੰ ਕੰਗਾਲ ਹੋ ਗਿਆ, ਹੁਣ ਤੇਰੇ ਨੇਰੇ ਕੋਈ ਬੈਠਣ ਨੂੰ ਤਿਆਰ ਨਹੀਂ। ਵਿਪਤ ਪਰੀ ਸਭ ਹੀ ਸੰਗ ਛਾੜਤ, ਕੋਹੁ ਨ ਆਵਤ ਨੇਰੈ। ਫਿਰ ਅਗਲੀ ਉਦਾਹਰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕੀ ਦਿੰਦੇ ਨੇ, ਘਰ ਕੀ ਨਾਰ ਬੋਤ ਹਿਤ ਜਾਂਸਿਉ, ਸਦਾ ਰਹਿਤ ਸੰਗ ਲਾਗੀ। ਧਰਮ ਪਤਨੀ ਦਾ ਤੇ ਪਤੀ ਦਾ ਬੜੀ ਨੇੜਤਾ ਹੈ, ਇੱਕ ਦੂਜੇ ਪਿੱਛੇ ਮਰ ਮਿਟਦੇ ਨੇ, ਇਹ ਵਾਅਦੇ ਕਰਦੇ ਨੇ। ਲੇਕਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਬੜਾ ਪਿਆਰ, ਬੜਾ ਸਨੇਹਾ। ਘਰ ਕੀ ਨਾਰ ਬੋਧ ਹਿਤ ਜਾਂਸਿਉ, ਸਦਾ ਰਹਿਤ ਸੰਗ ਲਾਗੀ। ਕਹਿੰਦੀ ਹਰ ਵੇਲੇ ਦੁੱਖ ਸੁੱਖ ਹੀ ਤੇਰਾ ਸਾਥ ਦੇਵਾਂਗੀ। ਪਰ ਅੰਤ ਸਮਾਂ ਆਇਆ, ਉਹ ਵੀ ਛੱਡ ਕੇ ਪਰਾਂ ਖੜੀ ਹੋ ਗਈ। ਕਹਿੰਦੇ ਨੇ, ਘਰ ਕੀ ਨਾਰ ਬੋਧ ਹਿਤ ਜਾਂਸਿਉ, ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਜਦੋਂ ਜੀਵ ਰੂਪੀ ਪੰਛੀ ਨੇ ਉਡਾਰੀ ਮਾਰੀ, ਉਹ ਵੀ ਕਹਿੰਦੀ ਹੁਣ ਪ੍ਰੇਤ ਹੈ, ਇਹ ਅਪਵਿੱਤਰ ਦੇਹੀ ਹੈ, ਉਹ ਵੀ ਉਸ ਦਾ ਸਾਥ ਨਹੀਂ ਨਿਭਾਉਂਦੀ। ਇਹ ਗੁਰੂ ਪਾਤਸ਼ਾਹ ਕਹਿੰਦੇ ਨੇ, ਸਮਝਾਂ। ਘਰ ਕੀ ਨਾਰ
बहुत हित जास्यु सदा रहत संग लागी, जब ही हंस तजिए काया, प्रेत प्रेत कर भागी। ए विद को व्यवहार बनियो है, जास्यु न्यो लगाए। ਇਹ ਸੰਸਾਰ ਦਾ ਵਿਹਾਰ ਬਣਿਆ ਜਿਸ ਨਾਲ ਅਸੀਂ ਪਿਆਰ ਕਰੀ ਬੈਠੇ ਹਾਂ, ਸੰਸਾਰ ਨਾਲ ਪਿਆਰ ਕਰੀ ਬੈਠੇ ਹਾਂ, ਪਰਿਵਾਰ ਨਾਲ ਪਿਆਰ ਕਰੀ ਬੈਠੇ ਹਾਂ। ਅੰਤ ਕਾਲ ਬਿਨ ਹਰ ਜੀ ਕਹੂੰ ਕਾਮ ਨਾ ਆਇਓ, ਅੰਤ ਵਾਰ ਨਾਨਕ ਬਿਨ ਹਰ ਜੀ ਕਹੂੰ ਕਾਮ ਨਾ ਆਇਓ। ਨਾਨਕ ਦੀ ਮੋਹਰ ਲਾ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਅੰਤ ਸਮੇਂ ਕੇਵਲ ਤਾਂ ਕੇਵਲ ਪਰਿਪੂਰਨ ਪਰਮਾਤਮਾ ਤੇਰੇ ਨਾਲ ਨਿਭਣਾ, ਉਸ ਦਾ ਜਪਿਆ ਹੋਇਆ ਨਾਮ ਤੇਰੇ ਨਾਲ ਨਿਭਣਾ, ਕਿਸੇ ਪਰਿਵਾਰ ਨੇ ਨਾਲ ਨਹੀਂ ਜਾਣਾ। ਗੁਰੂ ਅਰਜਨ ਦੇਵ ਪਾਤਸ਼ਾਹ ਸਮਝਦੇ ਨੇ ਛੱਡ ਖੜੋਤੇ ਖਿਨੇ ਮਾਏ, ਜਿਨ ਸਿਓ ਲੱਗਾ ਹੇਤ, ਹੱਥ ਮਰੋੜੈ ਤਨ ਕਪੈ ਸਿਆਹ ਹੋਆ ਸੇ। ਅੰਤ ਸਮਾਂ ਆਇਆ ਜਦੋਂ ਜਿੰਦ ਨਿਕਲਦੀ ਹੈ, ਹੱਥ ਮਰੋੜੇ ਜਾਂਦੇ ਨੇ, ਮਨੁੱਖ ਬੜਾ ਦੁਖੀ ਹੁੰਦਾ ਹੈ, ਰੰਗ ਕਾਲੇ ਤੋਂ ਚਿੱਟਾ ਸੇਤ ਹੋ ਜਾਂਦਾ ਹੈ। ਹੱਥ ਮਰੋੜੈ ਤਨ ਕਪੈ, ਕੰਬਲੀ ਛਿੜ ਜਾਂਦੀ ਹੈ, ਸਿਆਹ ਹੋਆ ਸੇਤ। ਕਹਿੰਦੇ ਨੇ ਉਹ ਜਿਹੜਾ ਸਰੀਰ ਸੀ ਕਾਲੇ ਤੋਂ ਫਿਰ ਪੀਲਾ ਪੈ ਜਾਂਦਾ ਹੈ, ਚਿੱਟਾ ਹੋ ਜਾਂਦਾ ਹੈ, ਕਿਉਂਕਿ ਖੂਨ ਦੀ ਹਰਕਤ ਰੁਕ ਗਈ। ਹੁਣ ਇਹ ਸਰੀਰ ਦੇ ਵਿੱਚੋਂ ਜਿੰਦ ਨਿਕਲ ਗਈ, ਖੂਨ ਰੁਕ ਗਿਆ, ਇਸ ਦਾ ਰੰਗ ਚਿੱਟਾ ਹੋ ਗਿਆ। ਕਹਿੰਦੇ ਨੇ ਹੱਥ ਮਰੋੜੈ ਤਨ ਕਪੈ ਸਿਆਹ ਹੋਆ ਸੇਤ। ਫਿਰ ਨਾਲ ਹੀ ਪਾਸੇ ਜਿਆ ਬੀਜੈ ਸੋ ਲੂਣੈ ਕਰਮਾ ਸੰਦੜਾ ਖੇਤ। ਐ ਗੁਰਮੁਖ ਪਿਆਰਿਆ, ਜਿਹੋ ਜੇ ਤੂੰ ਕਰਮ ਕੀਤੇ ਨੇ ਉਹੋ ਜਿਹਾ ਤੈਨੂੰ ਅਗਰ ਦਰਗਾਹ ਦੇ ਵਿੱਚ ਤੇਰਾ ਹਾਲ ਹੋਣਾ ਹੈ। ਅਗਰ ਮਾੜੇ ਕਰਮ ਕੀਤੇ ਨੇ ਤੇ ਨਰਕਾਂ ਦੇ ਵਿੱਚ ਜਮਾਂ ਦੀਆਂ ਸਜ਼ਾਵਾਂ ਮਿਲਣਗੀਆਂ। ਜੇ ਚੰਗਾ ਕਰਮ ਕੀਤਾ ਤੈਨੂੰ ਸਤਕਾਰ ਨਾਲ ਉਸ ਸੱਚੇ ਦੇ ਦਰ ਤੱਕ ਪਹੁੰਚਾਇਆ ਜਾਏਗਾ, ਤੇਰੀ ਫੁੱਲਾਂ ਨਾਲ ਵਰਖਾ ਹੋਵੇਗੀ, ਤੈਨੂੰ ਸਤਕਾਰਿਆ ਜਾਵੇਗਾ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਰਾਜੇ ਜਨਕ ਦਾ ਜ਼ਿਕਰ ਕਰਦੇ ਨੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਨ ਗੰਧਰਵ ਸਭਾ ਸੁਖ ਵਾਸੀ। ਫੁੱਲਾਂ ਦੀ ਵਰਖਾ ਕਰਦੇ ਉਸ ਨੂੰ ਲੈ ਗਏ ਨੇ, ਕਿਉਂਕਿ ਭਗਤ ਵੱਡਾ ਸੀ ਉਹ ਰਾਜਾ ਜਨਕ, ਉਹ ਗੁਰਮੁਖ ਸੀ, ਗੁਰੂ ਵਾਲਾ ਸੀ, ਰੱਬ ਨਾਲ ਜੁੜੀ ਹੋਈ ਆਤਮਾ ਸੀ, ਉਸ ਨੂੰ ਸਤਕਾਰ ਮਿਲਿਆ। ਇੱਥੇ ਪਾਤਸ਼ਾਹ ਸਮਝਦੇ ਨੇ ਜਿਆ ਬੀਜੈ ਸੋ ਲੂਣੈ ਕਰਮਾ ਸੰਦਰਾ ਖੇਤ, ਨਾਨਕ ਪ੍ਰਭ ਸਰਨਾਗਤੀ ਚਰਨ ਬੋਇਥ ਪ੍ਰਭ ਦੇਤ। ਨਾਨਕ ਦੀ ਮੋਹਰ ਲਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨਾਨਕ ਪ੍ਰਭ ਸ਼ਰਨਾਗਤੀ, ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆ ਗਏ, ਚਰਨ ਬੋਇਥ ਪ੍ਰਭ ਦੇਤ, ਜਿਨ੍ਹਾਂ ਨੂੰ ਗੁਰੂ ਨੇ ਸ਼ਬਦ ਰੂਪੀ ਜਹਾਜ਼ ਤੇ ਬਿਠਾ ਕੇ ਪ੍ਰਭੂ ਦੇ ਚਰਨਾਂ ਤੱਕ ਪਹੁੰਚਾ ਦਿੱਤਾ। ਇਹ ਬਾਣੀ ਸ਼ਬਦ ਰੂਪੀ ਜਹਾਜ਼ ਦੇ ਵਿੱਚ ਜਿਸ ਨੂੰ ਗੁਰੂ ਬਿਠਾ ਦਿੰਦਾ ਹੈ, ਉਹ ਪ੍ਰਭੂ ਦੇ ਚਰਨਾਂ ਤੱਕ ਪਹੁੰਚ ਜਾਂਦਾ ਹੈ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਸ, ਸੇ ਭਾਦੋਏ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੇਤ। ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਹੇਤੂ ਕਰਨ ਵਾਲਾ, ਗੁਰੂ ਨਾਲ ਜੁੜ ਗਏ, ਗੁਰੂ ਨੇ ਸ਼ਬਦ ਰੂਪੀ ਦਾਤ ਬਖਸ਼ ਦਿੱਤੀ, ਗੁਰੂ ਨੇ ਨਾਮ ਦੀਆਂ ਦਾਤਾਂ ਬਖਸ਼ੀਆਂ, ਗੁਰੂ ਦੀ ਸੰਗਤ ਵਿੱਚ ਆਇਆ ਤੂੰ, ਗੁਰੂ ਨੇ ਤੈਨੂੰ ਸ਼ਬਦ ਰੂਪੀ ਜਹਾਜ਼ ਦੇ ਬਿਠਾ ਕੇ ਉਸ ਪਰਮਾਤਮਾ ਦੇ ਚਰਨਾਂ ਤੱਕ ਪਹੁੰਚਾ ਦਿੱਤਾ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਇਥ ਪ੍ਰਭ ਦੇਤ, ਸੇ ਭਾਦੋਏ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੈ। ਇਸ ਭਾਦੋ ਦੇ ਮਹੀਨੇ ਵਿੱਚ ਉਹ ਜੀਵ ਰੂਪੀ ਇਸਤੀਆਂ ਨਰਕਾਂ ਵਿੱਚ ਨਹੀਂ ਜਾਂਦੇ ਜਿਹੜੇ ਗੁਰੂ ਦਾ ਆਸਰਾ ਲੈ ਲੈਂਦੇ ਨੇ, ਗੁਰੂ ਦੇ ਲੜ ਲੱਗ ਜਾਂਦੇ ਨੇ, ਸ਼ਬਦ ਗੁਰੂ ਨਾਲ ਜੁੜ ਕੇ ਨਾਮ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰ ਜਾਂਦੇ ਨੇ। ਜਿਨ੍ਹਾਂ ਦੇ ਹਿਰਦੇ ਵਿੱਚ ਭਰਮ ਸੀ ਉਸ ਭਰਮ ਵਿੱਚ ਹੀ ਡੁੱਬ ਜਾਂਦੇ ਨੇ। ਜਿਹੜੇ ਇੱਕ ਪਰਮਾਤਮਾ ਨੂੰ ਸੱਚ ਕਰਕੇ ਮੰਨ ਲੈਂਦੇ ਨੇ, ਉਹ ਸ਼ਬਦ ਗੁਰੂ ਦੇ ਇਸ ਜਹਾਜ਼ ਵਿੱਚ ਬੈਠ ਕੇ ਪਰਮਾਤਮਾ ਦੇ ਚਰਨਾਂ ਤੱਕ ਪਹੁੰਚ ਜਾਂਦੇ ਨੇ। ਉਹਨਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਂਦੇ ਨੇ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਅੱਜ ਦਾ ਭਾਦੋ ਮਹੀਨੇ ਦੀ ਸੰਗਰਾਂਦ ਦਾ ਦਿਨ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਇਹ ਅਰਦਾਸ ਕਰਨੀ, ਪਿਛਲਾ ਮਹੀਨਾ ਸੁੱਖਾਂ ਨਾਲ ਬਤੀਤ ਹੋਇਆ, ਇਹ ਮਹੀਨਾ ਵੀ ਗੁਰੂ ਪਾਤਸ਼ਾਹ ਦੇ ਦੱਸੇ ਹੋਏ ਉਪਦੇਸ਼ ਤੇ ਚੱਲ ਕੇ ਅਸੀਂ ਨਾਮ ਨਾਲ ਜੁੜੀਏ, ਆਪਣੇ ਮਨ ਦੇ ਵਿੱਚੋਂ ਉਹ ਭਟਕਣਾ ਦੂਰ ਕਰ ਲਈਏ, ਇੱਕ ਨਾਲ ਜੁੜ ਜਾਈਏ, ਤਾਂ ਹੀ ਸਾਡਾ ਜੀਵਨ
ਸਫਲਾ ਹੋ ਸਕਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਾਰੇ ਧੰਤਾ ਦੇ ਯੋਗ ਹੋ। ਬੜੇ ਪਿਆਰ ਅਤੇ ਸਤਿਕਾਰ ਨਾਲ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜੇ ਹੋ। ਗੁਰੂ ਰਹਿਮਤ ਕਰੇ ਤੁਹਾਨੂੰ ਇਸੇ ਤਰ੍ਹਾਂ ਨਿੱਤਾ ਪ੍ਰਤੀ ਸੰਗਤ ਕਰਨ ਦਾ ਗੁਰੂ ਸਾਹਿਬ ਬਲ ਤੇ ਉਦਮ ਬਖਸ਼ਣ। ਇੱਕ ਬਾਣੀ ਚੈਨਲ ਦੇ ਅਸੀਂ ਰਿਣੀ ਹਾਂ। ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਲਾਈਵ ਟੈਲੀਕਾਸਟ ਕਰਕੇ ਇਸ ਸਥਾਨ ਤੇ ਜਿਤਨੇ ਵੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਚਾਹੇ ਨਿਤਨੇਮ ਹੋਏ ਨੇ, ਚਾਹੇ ਸੁਖਮਨੀ ਸਾਹਿਬ ਜੀ ਦੇ ਪਾਠ, ਚਾਹੇ ਆਸਾ ਜੀ ਦੇ ਬਾਰ ਦੇ ਕੀਰਤਨ ਹੋਏ ਨੇ, ਇਹ ਸਾਰਾ ਲਾਈਵ ਟੈਲੀਕਾਸਟ ਕਰਕੇ ਸੰਗਤਾਂ ਘਰ ਬੈਠੀਆਂ ਆਨੰਦ ਮਾਣਦੀਆਂ ਨੇ। ਇਹਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ, ਕਿਉਂਕਿ ਨਿਸ਼ਕਾਮ ਸੇਵਾ ਕਰਦੇ ਨੇ। ਗੁਰੂ ਮਹਾਰਾਜ ਰਹਿਮਤ ਕਰਨ, ਇਸੇ ਤਰ੍ਹਾਂ ਇਹ ਸੇਵਾ ਕਰਦੇ ਰਹਿਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ 10 ਮਿੰਟ ਦੇ ਸਮੇਂ ਲਈ ਆਪ ਜੀ ਦੇ ਰੂਬਰੂ ਹੋਣਗੇ। ਉਹਨਾਂ ਦੀਆਂ ਵਿਚਾਰਾਂ ਵੀ ਅਸੀਂ ਸਰਵਣ ਕਰਦੀਆਂ ਨੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹ ਸਟੇਜ ਤੇ ਆ ਕੇ ਸੰਗਤਾਂ ਦੇ ਰੂਬਰੂ ਹੋਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।